ਬੱਚਿਆਂ ਨੂੰ ਵੀ ਮਾਰ ਦੇਣਾ ਤੇ ਮੈਂ ਆਪਣੇ ਆਪ ਨੂੰ ਵੀ ਮਾਰ ਦੇਣਾ। 4 ਲੱਖ ਦਾ ਉਹਨੇ ਮੈਨੂੰ ਵੇਚਿਆ। ਅੱਗੇ ਜਾ ਕੇ ਮੇਰੇ ਨਾਲ 2 ਨੰਬਰ ਕੰਮ ਕਰਦੇ ਸੀ। ਕਦੀ ਉਹਨਾਂ ਕਹਿਣਾ ਕੱਪੜੇ ਲਾ, ਕਦੀ ਕੀ ਕਹਿੰਦੇ ਸੀ। ठीक है, मैं नहीं इस चीज़ च खुश नहीं हैगी। नाज़रीन, मैं आपका मेज़बान अरसान राजपूत और आप देख रहे हैं अमन पाकिस्तान। आज हमारे साथ 25 साल ऐसी बहन मौजूद है जिनकी शादी के बाद ही इनके शौहर इन्हें इस्तेमाल करने लग गए, मुख्तलिफ जगह पर इनको भेजने लग गया। किस तरह से इन्होंने अपने शौहर से जान छुड़ाई और क्या मामला सारे इनके साथ हुए, नहीं से जानते हैं। अस्सलाम वालेकुम। वालेकुम सलाम। अच्छा बहन, बताइएगा कि आपकी शादी हुई, शादी के बाद शौहर किस तरह से आपको इस्तेमाल करता रहा, किस तरह से उसने आपके साथ सारे मामला किए? 1 साल मेरा सही गुजरा, ठीक है। 8 साल मैं अपने जलालत च खट्टे ने। मेरा मियाँ मैनू वेच देंदा सी, मारदा कुटदा सी, नशे दे के ते अगां सेल कर देने, 2 नंबर काम कराना। ਤੁਸੀਂ ਲਵ ਮੈਰਿਜ ਕੀਤੀ ਸੀ ਕਿ ਅਰੇਂਜ ਮੈਰਿਜ ਸੀ? ਉਹ ਮੇਰੀ ਵਾਲਦਾ ਨੇ ਕੀਤੀ ਸੀ, ਬਾਅਦ ਚ ਫੌਤ ਹੋਏ ਨੇ। ਮੇਰਾ ਨਹੀਂ ਸ਼ੌਕ ਨਹੀਂ ਤੇ ਉਹਨਾਂ ਨੇ ਵੇਖਿਆ ਨਹੀਂ ਮੁੰਡਾ ਕਿਸ ਤਰ੍ਹਾਂ ਦਾ, ਕੀ ਕੰਮ ਕਰਦਾ, ਕੀ ਕੰਮ ਨਹੀਂ ਕਰਦਾ, ਕਿ ਉਹਨਾਂ ਨੇ ਬਸ ਇੰਝ ਹੀ ਸ਼ਾਦੀ ਕਰਤੀ? ਇਸ ਤਰ੍ਹਾਂ ਹੀ ਸ਼ਾਦੀ ਕੀਤੀ, ਕੋਈ ਨਹੀਂ ਵੇਖਿਆ ਵੋਖਿਆ ਉਹਨਾਂ ਤੇ ਮੇਰੇ ਨਾਲ ਬਹੁਤ ਟੋਕੇ ਟੂਕੇ ਵਹਾ ਕੇ, ਮੇਰੇ ਨਾਲ ਧਮਕੀਆਂ ਲਾ ਕੇ ਮੈਨੂੰ ਇਸ ਲਈ ਅਗਾ ਸੇਲ ਕਰ ਦੇਣ। 2-3 ਲੱਖ ਲੈ ਲੈਣਾ, 4 ਲੈ ਲੈਣਾ। ਉਹਨਾਂ ਅਗਾ ਕਹਿਣਾ ਤਿਆਰ ਹੋ ਕੇ ਨੈਟ ਤੇ ਭੇਜ ਦੇਣਾ। 3-4 ਬੰਦੇ ਹੁੰਦੇ ਸੀ, ਠੀਕ ਹੈ। ਮੈਂ ਬਹੁਤ ਮੁਸ਼ਕਲ ਚ ਗੁਜ਼ਾਰੇ ਨੇ। ਨਹੀਂ ਤਾਂ ਜਦੋਂ ਉਹਨੇ 1 ਸਾਲ ਬਾਅਦ ਤੁਹਾਡੇ ਕੋਲੋਂ ਇਹ ਕੰਮ ਸ਼ੁਰੂ ਕਰਾਇਆ ਤਾਂ ਤੁਸੀਂ ਆਪਣੀ ਮਾਂ ਨੂੰ ਨਹੀਂ ਦੱਸਿਆ ਕਿ ਇਹ ਕੰਮ ਕਰਵਾਉਂਦਾ ਪਿਆ, ਇਹ ਸਾਰਾ ਕੁਝ ਮਾਮਲਾ ਤਾਂ ਹੁੰਦੇ ਪਏ ਨੇ? ਮੇਰੀ ਵਾਲਦਾ ਫੌਤ ਹੋ ਗਈ ਸੀ ਨਾ, ਮਾਂ ਬਾਪ ਭੈਣ ਭਾਈ ਪਹਿਲੇ ਨਹੀਂ ਆਏ थे। ਉਹ ਇਸ ਵਜ੍ਹਾ ਤੋਂ ਬਾਅਦ ਚ ਉਹਨਾਂ ਮੇਰੇ ਨਾਲ ਜ਼ੁਲਮ ਕਰਨੇ ਸ਼ੁਰੂ ਕੀਤੇ ਨੇ। ਪਹਿਲੇ ਆਏ ਸੀ, ਹੁਣ ਨਹੀਂ ਆਏ। ਨਹੀਂ ਤੇ ਸਾਲ ਬਾਅਦ ਹੀ ਤੁਹਾਡੀ ਵਾਲਦਾ ਫੌਤ ਹੋ ਗਈ, ਉਹਨਾਂ ਤੋਂ ਇਲਾਵਾ ਤੁਹਾਡੇ ਕੋਈ ਰਿਸ਼ਤੇਦਾਰ, ਮਾਮੇ ਚਾਚੇ, ਕੋਈ ਕਿਸੇ ਨੂੰ ਤੁਸੀਂ ਤਾਂ ਕਿ ਦੱਸ ਸਕੋ ਕਿ ਇਹ ਮਾਮਲਾ ਤਾਂ ਹੁੰਦੇ ਪਏ ਨੇ? ਮੇਰਾ ਕਿਸੇ ਨਾਲ ਵਜ੍ਹਾ ਵਾਸਤਾ ਨਹੀਂ ਹੈ। ਬਾਅਦ ਚ ਮੇਰੀ ਵਾਲਦਾ ਬਿਮਾਰ ਹੋਏ ਸਨ, ਬਿਮਾਰ ਹੋਣ ਕੀ ਵਜ੍ਹਾ ਸੇ ਫੌਤ ਹੋਏ ਸੀ। ਤਾਂ ਉਹਨਾਂ ਨੂੰ ਇਹੀ ਸੀ ਵੀ ਹੁਣ ਇਹਨਾਂ ਦੇ ਸਿਰ ਤੇ ਕੋਈ ਨਹੀਂ ਆਇਆ ਤੇ ਅਸੀਂ ਜੋ ਚਾਹੀਏ ਅਸੀਂ ਕਰ ਸਕਨੇ। ਤੇ ਫਿਰ ਇਸ ਵਜ੍ਹਾ ਤੋਂ ਮੈਨੂੰ ਮਾਰਦੇ ਕੁੱਟਦੇ ਸੀ। ਮੈਂ ਡੇਰਿਆਂ ਤੋਂ ਚੋਰੀ ਨਾਸ ਆਣਾ ਆਪਣੇ ਬੱਚਿਆਂ ਦੀ ਵਜ੍ਹਾ ਤੋਂ, ਤੇ ਹੁਣ ਮੈਂ ਆਪਣੇ ਗੁਜ਼ਾਰਾ ਕਰ ਰਹੀ ਹਾਂ। ਤੇ ਕਦੀ ਤੁਸੀਂ ਆਪਣੇ ਸ਼ੌਹਰ ਨੂੰ ਅਹਿਸਾਸ ਨਹੀਂ ਦਵਾਇਆ ਕਿ ਬੱਚੇ ਹੈਗੇ ਨੇ ਛੋਟੇ ਛੋਟੇ, ਉਹਨਾਂ ਦਾ ਮੁਸਤਕਬਲ ਵੇਖੀਏ, ਉਹਨਾਂ ਨੂੰ ਅੱਗੇ ਚਲਾਈਏ, ਆਪਣਾ ਕੋਈ ਤੂੰ ਕੰਮ ਕਾਰ ਕਰ, ਇਸ ਤਰ੍ਹਾਂ ਕਦੀ ਤੁਸੀਂ ਸਮਝਾਇਆ ਨਹੀਂ ਉਹਨੂੰ? ਬਹੁਤ ਸਮਝਾਇਆ, ਉਹ ਨਸ਼ਾ ਕਰਦਾ, ਉਹਨੂੰ ਸਮਝ ਕੁਛ ਨਹੀਂ ਆਈ। ਜੋ ਦਿਲ ਕੀਤਾ ਉਹਨੇ ਕੀਤਾ, ਜ਼ੁਲਮ ਕੀਤਾ। ਉਹਨੂੰ ਕੋਈ ਸਮਝ ਨਹੀਂ ਆਈ, ਟੀਕੇ ਲਾਉਂਦਾ ਆਪਣਾ ਆਪ ਨੂੰ। ਉਹਦਾ ਦਿਮਾਗ ਇਸ ਟਾਈਮ ਪਾਗਲ ਹੈ। ਅੱਛਾ, ਤੇ ਡੇਰਿਆਂ ਜਦੋਂ ਤੁਹਾਨੂੰ ਭੇਜਦਾ ਸੀ, ਉਹਨੇ ਪਹਿਲੀ ਵਾਰੀ ਭੇਜਿਆ ਕਿੰਨੇ 'ਚ ਭੇਜਿਆ, ਕੀ ਕਰੋ ਉੱਥੇ ਡੇਰੇ ਜਾ ਕੇ ਕੀ ਮਾਮਲਾ ਹੁੰਦੇ ਸੀ? 4 ਲੱਖ ਦਾ ਉਹਨੇ ਮੈਨੂੰ ਵੇਚਿਆ। ਅੱਗੇ ਜਾ ਕੇ ਮੇਰੇ ਨਾਲ 2 ਨੰਬਰ ਕੰਮ ਕਰਦੇ ਸੀ। ਕਦੀ ਉਹਨਾਂ ਕਹਿਣਾ ਕੱਪੜੇ ਲਾ, ਕਦੀ ਕੀ ਕਹਿੰਦੇ ਸੀ। ਠੀਕ ਹੈ, ਮੈਂ ਨਹੀਂ ਇਸ ਚੀਜ਼ ਚ ਖੁਸ਼ ਨਹੀਂ ਹੈਗੀ ਸੀ, ਠੀਕ ਹੈ। ਫਿਰ ਮੈਂ ਉੱਥੋਂ ਆਪਣੇ ਬੱਚਿਆਂ ਲਈ ਚੋਰੀ ਨੱਸੀ। ਤੇ ਬੱਚੇ ਉਦੋਂ ਤੁਹਾਡੇ ਕੋਲ ਸੀ ਕਿ ਤੁਹਾਡੇ ਸ਼ੌਹਰ ਦੇ ਕੋਲ ਸੀ? ਮੇਰੇ ਸ਼ੌਹਰ ਕੋਲ ਹੈਗੇ ਸੀ ਤੇ ਮੈਂ ਇਹਨਾਂ ਕੋਲ ਵਾਪਸ ਆ ਗਈ ਸੀ ਚੋਰੀ ਉੱਥੋਂ ਨੱਸ ਕੇ। ਅੱਛਾ ਜੀ। ਤੇ 8 ਸਾਲ ਤੁਸੀਂ ਇਹ ਕੰਮ ਕਰਦੇ ਰਹੇ, ਤੁਸੀਂ ਇਹ ਨਹੀਂ ਸੋਚਿਆ ਇਹ ਤਾਂ ਬਗੈਰਤ ਹੋ ਹੀ ਗਿਆ ਤੇ ਮੈਂ ਹੀ ਤਲਾਕ ਲੈ ਲਾਂ? ਮੈਂ ਡਿਵੋਰਸ ਲੈ ਲਈ ਹੈ, ਠੀਕ ਹੈ। ਪਹਿਲਾਂ ਡਿਵੋਰਸ ਲਈ ਸੀ, ਉਸ ਤੋਂ ਬਾਅਦ ਮੈਂ ਨਹੀਂ ਕੁਛ ਕਰ ਸਕੀ। ਬਸ ਮੈਂ ਆਪਣੇ ਬੱਚਿਆਂ ਦੀ ਖਾਤਰ ਧੱਕੇ ਖਾ ਰਹੀ ਸੀ। ਰੋਡਾਂ ਤੇ ਬਹਿ ਜਾਣਾ, ਕਦੀ ਕੀ ਕਰਨਾ, ਬਸ ਇਸ ਤਰ੍ਹਾਂ ਗੁਜ਼ਾਰਾ ਹੋ ਰਿਹਾ। ਤੇ ਜਦੋਂ ਤੁਹਾਨੂੰ ਕਿੰਨੇ ਆਪਣੇ ਕੋਲ ਰੱਖਿਆ, ਕਿੱਥੇ ਤੁਸੀਂ ਰਹਿ ਰਹੇ ਹੋ, ਖਾਣਾ ਪੀਣਾ ਕਿਸ ਤਰ੍ਹਾਂ ਕਰ ਰਹੇ ਹੋ? ਸ਼ੌਹਰ ਕੋਲ ਤੁਸੀਂ ਡਿਵੋਰਸ ਲੈ ਲਈ, ਰਿਸ਼ਤੇਦਾਰ ਤੁਹਾਡਾ ਕੋਈ ਹੈ ਨਹੀਂ ਹੈ, ਤੇ ਕਿਸ ਤਰ੍ਹਾਂ ਸਾਰੇ ਮਾਮਲਾਤ, ਖਾਣਾ ਪੀਣਾ, ਰਹਿਣ ਸਹਿਣ, ਆਪਣੇ ਕੱਪੜੇ ਵਗੈਰਾ, ਕਿਸ ਤਰ੍ਹਾਂ ਸਾਰੇ ਮਾਮਲਾ ਚੱਲ ਰਹੇ? ਬਸ ਇੱਕ ਆਪ ਹੀ ਜਾ ਰਹੀ ਸੀ, ਉਹਨਾਂ ਮੇਰੀ ਮਦਦ ਕੀਤੀ ਹੈ। ਮੈਨੂੰ ਆਪਣੇ ਘਰ ਲੈ ਕੇ ਗਏ ਨੇ, ਮੈਨੂੰ ਉਹਨਾਂ ਆਪਣੇ ਘਰ ਪਨਾਹ ਦਿੱਤੀ, ਖਾਣਾ ਸ਼ਾਨਾ ਉਹ ਦਿੰਦੇ ਨੇ, ਠੀਕ ਹੈ। 2-3 ਦਿਨ ਮੈਂ ਇੱਧਰ ਰਹਿਣਾ। ਆਪ ਹੀ ਨੇ ਮੈਨੂੰ ਆਪਣੇ ਕੋਲ ਜਿੰਨਾ ਦੇਰ ਰੱਖ ਲਿਆ, ਠੀਕ ਹੈ। ਮੈਂ ਆਪਣੇ ਬੱਚਿਆਂ ਨੂੰ ਲੈ ਕੇ ਬਾਅਦ 'ਚ ਉਹਨਾਂ ਕਿਹਾ ਵੀ ਚਲੇ ਜਾ, ਫਿਰ ਮੈਂ ਆਪਣੇ ਆਪ ਨੂੰ ਖ਼ਤਮ ਕਰ ਦਾਂਗੀ। ਤਾਂ ਆਪਣੇ ਆਪ ਨੂੰ ਖ਼ਤਮ ਕਰੋਗੇ ਤਾਂ ਬੱਚਿਆਂ ਦਾ ਕੀ ਬਣੇਗਾ? ਬੱਚਿਆਂ ਨੂੰ ਮੈਂ ਆਪਣੇ ਨਾਲ ਹੀ ਮਾਰਾਂਗੀ, ਠੀਕ ਹੈ। ਮਤਲਬ ਕਿ ਆਖਰੀ ਸਹਾਰਾ ਤੁਹਾਡਾ ਬਾਜੀ ਹੈ ਜਿੱਥੇ ਤੁਸੀਂ ਰਹਿ ਰਹੇ ਹੋ, ਇਹਨਾਂ ਨੇ ਵੀ ਕੱਢ ਦਿੱਤਾ ਰੋਟੀ, ਮਤਲਬ ਇਹਨਾਂ ਜਦੋਂ ਬੰਦ ਕਰ ਦਿੱਤੀ ਤੁਸੀਂ ਫਿਰ ਆਪ ਹੀ ਖੁਦਕੁਸ਼ੀ ਕਰੋਗੇ ਤੇ ਬੱਚਿਆਂ ਦੀ? ਬੱਚਿਆਂ ਨੂੰ ਵੀ ਮਾਰ ਦੇਣਾ ਤੇ ਮੈਂ ਆਪਣੇ ਆਪ ਨੂੰ ਵੀ ਮਾਰ ਦੇਣਾ। ਸਾਡੇ ਨਾਜ਼ਰੀਨ ਵੇਖ ਰਹੇ ਨੇ, ਉਹਨਾਂ 'ਚ ਕੋਈ ਅੱਛਾ ਇਨਸਾਨ ਮਿਲਦਾ ਜਿਹੜਾ ਬੱਚਿਆਂ ਦੇ ਸਿਰ 'ਤੇ ਹੱਥ ਰੱਖਦਾ, ਤੁਹਾਡੇ ਨਾਲ ਤੁਹਾਡਾ ਸਹਾਰਾ ਬਣਦਾ, ਤੇ ਤੁਸੀਂ ਕੀ ਸੋਚਿਆ ਅੱਗੇ ਆਪਣੀ ਜ਼ਿੰਦਗੀ ਦੇ ਬਾਰੇ 'ਚ? ਆਪਣੇ ਬਾਰੇ ਸੋਚ ਰਿਹਾ, ਆਪਣੇ ਬੱਚਿਆਂ ਬਾਰੇ, ਠੀਕ ਹੈ। ਖਾਣ ਨੂੰ ਕੁਛ ਨਹੀਂ ਹੈ, ਪਾਲਣ ਨੂੰ ਕੁਛ ਨਹੀਂ, ਕੋਲ ਮੇਰੇ ਕੁਛ ਰਹਿਣ ਬਹਿਣ ਲਈ ਨਹੀਂ ਹੈ, ठीक है। कोई अच्छा इंसान मिलेगा तो मैं अपने बारे सोच लाँगी। इस तरह ज़िंदगी नहीं ठीक है। का कहना है बहन का कि ऐसे ज़िंदगी गुजरनी नहीं है, कोई अच्छा इंसान इन्हें मिल जाए तो आके अपनी ज़िंदगी के बारे में सोचेंगी। बाकी स्क्रीन के ऊपर इनका नंबर चल रहा है, आपने इनकी सारी कहानी सुनी है, किस तरह से इनके शौहर इस्तेमाल करते रहे और उसके बाद इन्हें डिवोर्स ले ली, डिवोर्स के बाद ये किसी के पास रह रही हैं। आगे इनके जो ज़िंदगी है
वो बस इधर इधर उधर ही गुजर रही है। इन्हें अच्छे इंसान की ज़रूरत है जो इनके साथ चले, इनके बच्चों के सर के ऊपर हाथ रखे। तो नंबर स्क्रीन इनके ऊपर चल रहा है, जो इनके साथ चलना चाहता है, इनकी हेल्प करना चाहता है, वो इस नंबर के ऊपर रब्ता करे। और ये है कि इन्हें तंग ना करे, बेचारी पहले ही बहुत ज़्यादा परेशान है। इसी के साथ हमें इजाज़त दीजिए, मिलते हैं अगली वीडियो में, तब तक के लिए अल्लाह निगहबान।